35 ਰੁਪਏ ਜਿਹੜੇ ਮੇਰੇ ਖਿਆਲ ਬਜਟ ਕਰਕੇ ਸੀਗੇ ਰੁਕੇ, ਪਰ ਅਸੀਂ ਉਹ ਪਾ ਰਹੇ। ਅਸੀਂ ਜਿਹੜਾ ਵਾਅਦਾ ਕੀਤਾ ਸੀਗਾ, ਜਿਹੜਾ ਸਾਡਾ ਸਮਝੌਤਾ ਹੋਇਆ ਉਹਨਾਂ ਨਾਲ, ਉਹ ਅਸੀਂ ਆਪਣਾ ਹਿੱਸਾ ਪਾ ਰਹੇ। ਜੇਕਰ ਸਰਕਾਰ ਨੇ ਵਾਅਦਾ ਹੀ ਪੂਰਾ ਕਰਤਾ ਸੀ ਤਾਂ ਫਿਰ ਵੀ ਤੁਸੀਂ ਸੜਕਾਂ ਤੇ ਕਿਉਂ? ਸਰਕਾਰ ਤਾਂ ਕਹਿ ਚੁੱਕੀ ਹੈ, ਵਿਧਾਨ ਸਭਾ ਦੇ ਵਿੱਚ ਵੀ ਧਾਲੀਵਾਲ ਸਾਹਿਬ ਕਹਿ ਚੁੱਕੇ, ਕੁਲਦੀਪ ਧਾਲੀਵਾਲ ਜੀ, ਕਿ ਇਹ ਹੋ ਚੁੱਕਿਆ ਪੂਰਾ ਕਿ ਸਾਡੇ ਫੀਡਾਂ ਦੇ ਰੇਟ ਬਹੁਤ ਵੱਧ ਗਏ ਆ, ਦੁੱਧ ਸਰਵਾਈਵ ਨਹੀਂ ਕਰ ਰਹੇ ਫਾਰਮਰ, ਤੇ ਰੇਟ ਵਧਾਏ ਜਾਣ। ਜੋ ਨਹੀਂ ਵਧਾਏ ਤਾਂ ਸਾਨੂੰ ਧਰਨਾ ਲਾਉਣਾ ਪਿਆ। ਤੇ ਪਤਾ ਨਹੀਂ ਕੀ ਗੱਲ ਹੋਈ ਹੈ, ਜਦੋਂ ਅਨਾਉਂਸਮੈਂਟ ਕਰਤੀ ਸਾਰੀ ਹਰਪਾਲ ਸਿੰਘ ਚੀਮਾ ਜਿਹੜੇ ਮਿਨਿਸਟਰ ਸਾਹਿਬ, ਉਹਨਾਂ ਦੀ ਅਨਾਉਂਸਮੈਂਟ ਆ, ਪ੍ਰੈਸ ਰਿਲੀਜ਼ ਆ, ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਕੀਤਾ ਇਹਨਾਂ ਨੂੰ ਵੀ ਤੁਸੀਂ 20 ਰੁਪਏ ਤਾਂ ਅਨਾਉਂਸਮੈਂਟ ਕਰਤੀ ਹੈ, ਤੁਸੀਂ 35 ਦੀ ਕਿਉਂ ਨਹੀਂ ਕੀਤੀ ਜਦੋਂ ਤੁਸੀਂ ਅਨਾਉਂਸਮੈਂਟ ਕੀਤੀ ਹੈ? ਤਾਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਕਿਹਾ ਕਿ 35 ਰੁਪਏ ਅਸੀਂ ਬਜਟ ਕਾਰਨ ਲੇਟ ਹੋ ਗਏ ਸੀ, ਵੀ ਸਾਡਾ ਉਹਨਾਂ ਨਾਲ ਸਮਝੌਤਾ ਜਿਹੜਾ ਹੋਇਆ ਸੀ ਉਹ ਹੁਣੇ ਦੇ ਰਹੇ ਹਾਂ, ਬਜਟ ਤੋਂ ਤੁਰੰਤ ਬਾਅਦ ਦੇ ਰਹੇ ਹਾਂ। ਠੀਕ ਹੈ ਜੀ, ਉਹ ਤੁਰੰਤ ਬਾਅਦ ਬਜਟ ਤੋਂ ਵੀ ਇੰਨਾ ਟਾਈਮ ਨਿਕਲ ਗਿਆ। ਫਿਰ ਪਤਾ ਨਹੀਂ ਇੱਕਦਮ ਉਹਨਾਂ ਦੇ ਮਨ ਦੇ ਵਿੱਚ ਕੀ ਆ ਗਿਆ, ਸਾਨੂੰ ਪਹਿਲਾਂ ਤਾਂ ਲਾਰੇ ਲਾਉਂਦੇ ਰਹੇ, ਬਾਅਦ ਵਿੱਚ ਪਿਛਲੇ 20-25 ਦਿਨ ਤੋਂ ਉਹਨਾਂ ਨੇ ਸਾਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਚੀਮਾ ਸਾਹਿਬ ਨੇ ਕਹਿੰਦੇ ਸੀਐਮ ਸਾਹਿਬ ਨੂੰ ਮਿਲੋ, ਤੇ ਜਿਹੜਾ ਸੀਐਮ ਸਾਹਿਬ ਨੂੰ ਮਿਲਣਗੇ, ਸੀਐਮ ਸਾਹਿਬ ਨੇ ਟਾਈਮ ਨਹੀਂ ਦਿੱਤਾ। ਫਿਰ ਸਾਨੂੰ ਲੱਗਿਆ ਵੀ ਹੁਣ ਇਹ ਮਨ ਦੇ ਵਿੱਚ ਇਹਨਾਂ ਦੇ ਮੈਲ ਆ ਗਈ ਹੈ, ਇਹ ਹੁਣ ਸਾਡੇ ਪੈਸੇ ਰੋਕ ਰਹੇ ਆ। ਵਿਧਾਨ ਸਭਾ ਸੈਸ਼ਨ ਜਿਹੜਾ ਹੈਗਾ ਉਹਦੇ ਰਿਕਾਰਡਡ ਸਪੀਚਾਂ ਹੈ, ਸਾਰਾ ਕੁਝ ਕਿਹਾ ਜਾਂਦਾ ਕਿ 35 ਰੁਪਏ ਮਨਜ਼ੂਰ ਕਰ ਦਿੱਤੇ ਗਏ, ਫਿਰ ਹੁਣ ਮੈਲ ਆਉਣ ਦਾ ਕਿਤਾ ਮਤਲਬ ਹੀ ਨਹੀਂ ਰਹਿ ਗਿਆ। ਕਿਸਾਨਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ, ਅਸੀਂ ਇਹਨਾਂ ਨੂੰ ਕਿਹਾ ਵੀ ਹੁਣ ਤਾਂ ਦੇ ਦਿਓ ਯਾਰ ਸਾਡੇ ਪੈਸੇ। ਹੁਣ ਤਾਂ ਦੇਖੋ, ਪਹਿਲਾਂ ਜੇ ਤੁਸੀਂ ਦੁੱਧ ਦੇ ਰੇਟ ਸਾਨੂੰ ਪੈਸੇ ਦੇ ਦੋਗੇ ਤੇ ਘੱਟੋ ਘੱਟ ਫਾਰਮਰ ਜਿਹਦੇ ਕੋਲ ਜਿੰਨਾ ਕੁ ਦੁੱਧ ਬਚਿਆ ਉਹ ਉਹਦਾ ਮਾੜਾ ਮੋਟਾ ਖਰਚਾ ਤਾਂ ਤੋਰੂਗਾ। ਜੇ ਅਸੀਂ 4 ਸਾਲ ਮੰਦਾ ਝੱਲਿਆ, ਠੀਕ ਹੈ ਜੀ, ਹੁਣ ਅਸੀਂ ਆਪਣੇ ਗਾਈਆਂ ਦੇ ਨੁਕਸਾਨ ਵੀ ਝੱਲੇ। ਇੱਕ ਫਾਰਮ ਤੇ 10 ਤੋਂ ਲੈ ਕੇ 40 ਗਾਈਆਂ ਮਰ ਗਈਆਂ, ਠੀਕ ਹੈ ਜੀ। ਇੱਕ ਪਿੰਡ ਦੇ ਵਿੱਚ 30 ਤੋਂ ਲੈ ਕੇ 50-100 ਗਾਂ ਮਰ ਗਈ। ਤੇ ਹੁਣ ਵੀ ਜੇ ਸਰਕਾਰ ਸਾਡੇ ਪੈਸੇ ਨਹੀਂ ਦਊ, ਕਦੋਂ ਦਊ? ਕੀ ਲੱਗ ਰਿਹਾ ਤੁਹਾਨੂੰ ਵੀ ਸਰਕਾਰ, ਬਹੁਤ ਕੇਸਾਂ 'ਚ ਇੱਦਾਂ ਹੋਇਆ ਵੀ ਸਰਕਾਰ ਵਾਅਦੇ ਕਰਦੀ ਆ, ਲੋਕਾਂ ਨੂੰ ਕਹਿ ਦਿੱਤਾ ਜਾਂਦਾ ਕਿ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਂਦੇ, ਸਾਰਾ ਕੁਝ ਹੋ ਜਾਂਦਾ, ਤਾਂ ਫਿਰ ਜਿਹੜੇ ਹੈਗੇ ਲੋਕ ਮੁੜ ਕੇ ਸੜਕਾਂ ਦੇ ਉੱਤੇ ਰਹਿੰਦੇ, ਉਹ ਵਾਅਦੇ ਪੂਰੇ ਕਿਉਂ ਨਹੀਂ ਹੋ ਰਹੇ? ਕੀ ਕਾਰਨ ਲੱਗਦਾ ਕਿ ਇੰਨੇ ਅਨਐਕਸਪੀਰੀਅੰਸ ਜਿਹੜੇ ਬੰਦੇ ਹੈਗੇ ਆ, ਜਿਹੜੇ ਮਤਲਬ ਗੱਲਾਂ ਕਹਿ ਦਿੰਦੇ ਆ, ਪਤਾ ਹੁੰਦਾ ਕਿ ਪੂਰੀਆਂ ਨਹੀਂ ਹੋਣੀਆਂ, ਜੇ ਪੂਰੀਆਂ ਨਹੀਂ ਹੋਣੀਆਂ ਫਿਰ ਵਾਅਦੇ ਕਿਉਂ ਹੁੰਦੇ? ਰੁਜ਼ਗਾਰ ਦੀ ਗੱਲ ਕਰਦੇ ਹੋ, ਇਦੋਂ ਵਧੀਆ ਜਿਹੜਾ ਸਥਾਪਿਤ ਹੋ ਚੁੱਕਿਆ ਰੁਜ਼ਗਾਰ ਆ ਉਹਨੂੰ ਨਾ ਜਾੜੋ। ਤੁਹਾਨੂੰ ਅਸੀਂ ਫ੍ਰੀ ਗਊਸ਼ਾਲਾ ਥੋੜ੍ਹੀ ਖੋਲ੍ਹੀਆਂ, ਸਾਡੇ ਇਹੀ ਗਾਂ ਅਸੀਂ, ਸਾਡਾ ਬਿਜ਼ਨਸ ਆ, ਠੀਕ ਹੈ ਜੀ। ਜਿਹੜਾ ਵਿਚਾਰਾ 10 ਗਾਈਆਂ 5 ਰੱਖੇ, ਸਵੇਰੇ 4 ਵਜੇ ਉੱਠ ਕੇ ਕੰਮ ਕਰਦਾ, ਉਹਦਾ ਬਿਜ਼ਨਸ ਆ। ਤੁਸੀਂ ਉਹਦੀ ਮਿਹਨਤ ਵੱਲ ਤਾਂ ਦੇਖਦੇ ਨਹੀਂ। ਪਨੀਰ ਦੀਆਂ ਇੱਕ ਕਮਰੇ 'ਚ ਫੈਕਟਰੀਆਂ ਸੀਗੀਆਂ ਜੀ, ਕੋਈ ਕਿਸਾਨ ਨਹੀਂ ਸੀ ਉਹਨਾਂ ਦੇ ਵਿੱਚ। 99.9% ਬੰਦੇ ਉਹ ਫੜੇ ਜਿਹੜੇ ਬਿਜ਼ਨਸਮੈਨ ਸੀ, ਜਿਹੜੇ ਦੁਕਾਨਦਾਰੀ ਨਾਲ ਸੰਬੰਧਿਤ ਨਹੀਂ, ਸਾਰੇ ਉਹ ਫੜੇ। ਉਹਨਾਂ ਨੇ ਸਾਡੇ ਖਿਲਾਫ ਵੀ ਮੁੜ ਕੇ ਰਲ ਕੇ ਸਾਨੂੰ ਫਸਾਉਣ ਲਈ ਬੜੀ ਕੋਸ਼ਿਸ਼ ਕੀਤੀ, ਸਾਡੇ ਖਿਲਾਫ ਧਰਨੇ ਵੀ ਲਾਏ ਉਹਨਾਂ ਨੇ, PDF ਵਾਲਿਆਂ ਦੇ ਵੀ, ਸਾਡੇ ਪੇਟ ਤੇ ਲੱਤ ਮਾਰਦੇ ਆ, ਕਰਦੇ ਆ। ਮਤਲਬ ਇਹ ਹੁਣ ਸਾਰੇ ਲੋਕਾਂ ਨੂੰ, ਪਬਲਿਕ ਨੂੰ ਨਾਲ ਲੈ ਕੇ ਅਸੀਂ ਇਹ ਮੁਹਿੰਮ ਛੇੜਾਂਗੇ। ਅੱਗੇ ਤਾਂ ਸਰਕਾਰ ਦੇ ਨਾਲ ਹੋਈ ਸੀ, ਸਰਕਾਰ ਕੋਲ ਵੀ ਜਾਵਾਂਗੇ ਜੇ ਸਹੀ ਤਰੀਕੇ ਨਾਲ ਕਰੂਗੀ, ਨਹੀਂ ਅਸੀਂ ਪਬਲਿਕ ਨੂੰ ਨਾਲ ਲਵਾਂਗੇ। ਅਸੀਂ ਬਿਲਕੁਲ ਨਕਲੀ ਦੁੱਧ, ਘਿਓ, ਪਨੀਰ ਬੰਦ ਕਰਾਉਣਾ। ਤੁਸੀਂ ਕਹਿੰਦੇ ਹੋ ਕਿ ਨਕਲੀ ਦੁੱਧ ਬਹੁਤ ਜ਼ਿਆਦਾ ਬਹੁਤਾਤ ਵਿੱਚ ਆ, ਅਸਲੀ ਜਿਹੜਾ ਦੁੱਧ ਹੈਗਾ ਉਹ ਮਿਲ ਨਹੀਂ ਰਿਹਾ, ਫਿਰ ਤਾਂ ਮੰਗ ਵੀ ਵਧੂਗੀ, ਰੇਟ ਤਾਂ ਫਿਰ ਹੋਰ ਵੀ ਜ਼ਿਆਦਾ ਅਸਮਾਨੀ ਛੂਹ ਲੈਣਗੇ, ਆਮ ਲੋਕ ਕਿੱਥੇ ਜਾਣਗੇ ਫਿਰ? ਹੁਣ ਜਦੋਂ ਇਹਦਾ ਡਿਮਾਂਡ ਸਪਲਾਈ ਦੀ ਗੱਲ ਆ, ਜਦੋਂ ਡਿਮਾਂਡ ਸਪਲਾਈ ਦੇ ਵਿੱਚ ਦੁੱਧ ਦੀ ਰੇਟ ਹੈ ਨਹੀਂ ਸੀ, ਤੇ ਸਾਡਾ ਪਾਣੀ ਵਾਂਗੂ ਦੁੱਧ ਖਰੀਦਿਆ ਸਾਰਿਆਂ ਨੇ 4 ਸਾਲ। ਦੁੱਧ 'ਚੋਂ ਪੈਸੇ ਕਿੱਦਾਂ ਪਏ? ਪਾਣੀ ਪਾ ਕੇ ਤਾਂ ਨਹੀਂ ਪੂਰੇ ਕਰਨੇ ਜੀ। ਫਾਰਮਰ ਆ ਅਸੀਂ, ਦੁੱਧ ਉਤਪਾਦਕ ਆ ਅਸੀਂ, ਵਿਚੋਲੀਏ ਨਹੀਂ ਹੈਗੇ। ਉਹ ਤੁਸੀਂ ਵਿਚੋਲੀਏ ਦੀ ਗੱਲ ਕਰਦੇ, ਜਦੋਂ ਵੀ ਗੱਲ ਕਰਦੇ ਸਾਡੇ ਨਾਲ ਨਾ ਵਿਚੋਲੀਏ ਜੋੜ ਦਿੰਦੇ ਆ, ਉਹ ਹੋਰ ਨੇ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਸਰਕਾਰ ਦੇ ਵੱਲੋਂ ਪਹਿਲਾਂ ਕੀਤੇ ਗਏ ਸੀ, ਤੇ ਬਾਅਦ ਵਿੱਚ ਸਰਕਾਰ ਲਗਾਤਾਰ ਸਮੇਂ-ਸਮੇਂ ਤੇ ਇਹ ਗੱਲ ਕਰਦੀ ਹੈ ਕਿ ਅਸੀਂ ਬਹੁਤ ਸਾਰੇ ਵਾਅਦੇ ਪੂਰੇ ਕਰਦੇ ਆ ਰਹੇ ਹਾਂ, ਜਿਨ੍ਹਾਂ ਦੇ ਵਿੱਚੋਂ ਇੱਕ ਗੱਲ ਹੁੰਦੀ ਹੈ ਕਿ ਜੋ ਡੇਅਰੀ ਕਿਸਾਨ ਹੈਗੇ ਆ ਉਹਨਾਂ ਦੇ ਨਾਲ ਵੀ ਵਾਅਦਾ ਕੀਤਾ ਗਿਆ ਸੀ ਕਿ 35 ਰੁਪਏ ਸਰਕਾਰ ਆਪਣੇ ਵੱਲੋਂ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਵਧਾਏਗੀ, ਤੇ 20 ਰੁਪਏ ਜਿਹੜਾ ਹੈਗਾ ਮਿਲਕ ਫੈਟ ਵਧਾਏਗਾ। ਸੋ ਉਹ ਜਿਹੜਾ ਹੈਗਾ ਇੱਕ ਵਾਅਦਾ ਸੀ, ਤੇ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਹ ਵਾਅਦਾ ਪੂਰਾ ਕਰ ਚੁੱਕੇ ਹਾਂ। ਪਰ ਅਜੇ ਵੀ ਜਿਹੜੇ ਡੇਅਰੀ ਕਿਸਾਨ ਹੈਗੇ ਨੇ ਉਹ ਸੜਕਾਂ 'ਤੇ ਤਾਂ ਸਾਡੇ ਨਾਲ ਵੀ ਮੌਜੂਦ ਆ, ਪ੍ਰਧਾਨ ਸਾਹਿਬ ਵੀ ਹੈਗੇ ਨੇ ਤੇ ਹੋਰ ਨੁਮਾਇੰਦੇ ਵੀ ਹੈਗੇ। ਗੱਲਬਾਤ ਕਰਦੇ ਹਾਂ ਕਿ ਜੇਕਰ ਸਰਕਾਰ ਨੇ ਵਾਅਦਾ ਹੀ ਪੂਰਾ ਕਰਤਾ ਸੀ ਤਾਂ ਫਿਰ ਵੀ ਤੁਸੀਂ ਸੜਕਾਂ 'ਤੇ ਕਿਉਂ? ਸਰਕਾਰ ਤਾਂ ਕਹਿ ਚੁੱਕੀ ਹੈ, ਵਿਧਾਨ ਸਭਾ ਦੇ ਵਿੱਚ ਵੀ ਧਾਲੀਵਾਲ ਸਾਹਿਬ ਕਹਿ ਚੁੱਕੇ, ਕੁਲਦੀਪ ਧਾਲੀਵਾਲ ਜੀ, ਕਿ ਇਹ ਹੋ ਚੁੱਕਿਆ ਪੂਰਾ।
ਨਹੀਂ, ਉਹ ਅਨਾਉਂਸਮੈਂਟ ਕੀਤੀ ਆ, ਵਾਅਦਾ ਪੂਰਾ ਨਹੀਂ ਕੀਤਾ, ਉਹ ਅਨਾਉਂਸਮੈਂਟ ਆ ਉਹਨਾਂ ਦੀ। ਉਹ ਜਿਹੜਾ ਸਾਡਾ ਫੈਸਲਾ ਹੋਇਆ ਸੀ ਜਦੋਂ ਅਸੀਂ 21 ਮਈ ਨੂੰ, ਕਿਉਂਕਿ ਫੀਡਾਂ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਸੀ, ਸਰਕਾਰ ਕੋਲ ਪਹਿਲਾਂ ਗਏ ਸੀ ਕਿ ਸਾਡੇ ਫੀਡਾਂ ਦੇ ਰੇਟ ਬਹੁਤ ਵੱਧ ਗਏ ਆ, ਦੁੱਧ ਸਰਵਾਈਵ ਨਹੀਂ ਕਰ ਰਹੇ ਫਾਰਮਰ, ਤੇ ਰੇਟ ਵਧਾਏ ਜਾਣ। ਜੋ ਨਹੀਂ ਵਧਾਏ ਤਾਂ ਸਾਨੂੰ ਧਰਨਾ ਲਾਉਣਾ ਪਿਆ। 21 ਮਈ ਨੂੰ ਅਸੀਂ ਮਿਲਕ ਪਲਾਂਟ ਮੋਹਾਲੀ ਕੋਈ 25-30 ਹਜ਼ਾਰ ਫਾਰਮਰ ਅਸੀਂ ਇਕੱਠੇ ਹੋ ਕੇ ਗਏ ਆ, ਬਹੁਤ ਵੱਡਾ ਧਰਨਾ ਸੀਗਾ। ਤੇ ਉਦੋਂ ਫਿਰ ਸਰਕਾਰ ਦੇ ਨਾਲ ਸਾਡੀਆਂ 23 ਮਈ ਨੂੰ ਇੱਕ ਮੀਟਿੰਗ ਹੋਈ, 24 ਮਈ ਨੂੰ ਫਿਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ, ਹਰਪਾਲ ਸਿੰਘ ਚੀਮਾ ਤੇ ਜਿੰਨੇ ਅਧਿਕਾਰੀ ਨੇ ਉਹਨਾਂ ਨਾਲ ਸਾਡੀ 1.5-2 ਘੰਟੇ ਮੀਟਿੰਗ ਦੇ ਵਿੱਚ ਸਹਿਮਤੀ ਬਣੀ 55 ਰੁਪਏ ਕਿਲੋ ਫੈਟ ਦੀ। 55 ਰੁਪਏ ਕਿਲੋ ਫੈਟ ਸਾਰੀ ਸਰਕਾਰ ਵੱਲੋਂ ਦੇਣਾ ਸੀ? ਨਹੀਂ ਜੀ, ਨਹੀਂ, 20 ਰੁਪਏ ਕਿਲੋ ਫੈਟ ਮਿਲਕ ਫੈਡ ਨੇ ਦੇਣੇ ਸੀ। 35 ਰੁਪਏ ਕਿਲੋ ਫੈਟ ਦੇ ਪੈਸੇ ਮਿਲਕ ਫੈਡ ਨੂੰ ਪੰਜਾਬ ਸਰਕਾਰ ਨੇ ਦੇਣੇ ਸੀ। ਜਿਹੜੇ ਪੰਜਾਬ ਸਰਕਾਰ ਨੇ ਦੇਣੇ ਸੀਗੇ ਉਹ ਸਿੱਧੇ ਫਿਰ ਬਾਅਦ ਚ 55 ਰੁਪਏ 21 ਮਈ ਤੋਂ ਹੀ ਸਾਰੇ ਫਾਰਮਰਾਂ ਦੇ ਖਾਤਿਆਂ ਵਿੱਚ ਜਾਣੇ ਸੀਗੇ। ਇਹ ਇੱਕ ਗੱਲ ਨੂੰ ਸਮਝਣ ਦੀ ਲੋੜ ਆ, ਜਦੋਂ ਮਿਲਕ ਫੈਡ ਰੇਟ ਵਧਾਉਂਦਾ ਤਾਂ ਸਾਰੇ ਪੰਜਾਬ ਦੇ ਪਲਾਂਟਾਂ ਦੇ ਰੇਟ ਵੱਧਦੇ ਆ। ਮਿਲਕ ਫੈਡ ਇੱਕ ਕਿਸਮ ਦੀ MSP ਆ, ਮਤਲਬ ਜਦੋਂ ਮਿਲਕ ਫੈਡ ਰੇਟ ਘਟਾਉਂਦਾ ਸਾਰੇ ਪਲਾਂਟ ਘਟਾ ਦਿੰਦੇ ਆ। ਅਸੀਂ ਉਦੋਂ ਵੀ ਸਰਕਾਰ ਨੂੰ ਇਹ ਗੱਲ ਕਿਹਾ ਸੀ, ਇਹਨਾਂ ਦਾ 125 ਕਰੋੜ ਰੁਪਈਆ ਬਣਦਾ ਇੰਨੇ ਕੁ ਦਾ। ਜੇ 125 ਕਰੋੜ ਰੁਪਈਆ ਪੰਜਾਬ ਸਰਕਾਰ ਦੇਣਾ ਵਾ ਜਿਹੜਾ ਪੰਜਾਬ ਸਰਕਾਰ ਨੇ, ਤੇ ਘੱਟੋ ਘੱਟ 900 ਕਰੋੜ ਪ੍ਰਾਈਵੇਟ ਪਲਾਂਟਾਂ ਨੇ ਫਾਰਮਰਾਂ ਨੂੰ ਦੇ ਦੇਣਾ। 1000 ਕਰੋੜ ਦਾ ਜਿਹੜਾ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਜਾਣਾ ਸੀ ਇਹ। ਤੇ ਪਤਾ ਨਹੀਂ ਕੀ ਗੱਲ ਹੋਈ ਹੈ, ਜਦੋਂ ਅਨਾਉਂਸਮੈਂਟ ਕਰਤੀ ਸਾਰੀ, ਹਰਪਾਲ ਸਿੰਘ ਚੀਮਾ ਜਿਹੜੇ ਮਿਨਿਸਟਰ ਸਾਹਿਬ ਉਹਨਾਂ ਦੀ ਅਨਾਉਂਸਮੈਂਟ ਆ, ਪ੍ਰੈਸ ਰਿਲੀਜ਼ ਆ, ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਕੀਤਾ ਇਹਨਾਂ ਨੂੰ ਵੀ ਤੁਸੀਂ 20 ਰੁਪਏ ਤਾਂ ਅਨਾਉਂਸਮੈਂਟ ਕਰਤੀ ਹੈ, ਤੁਸੀਂ 35 ਦੀ ਕਿਉਂ ਨਹੀਂ ਕੀਤੀ ਜਦੋਂ ਤੁਸੀਂ ਅਨਾਉਂਸਮੈਂਟ ਕੀਤੀ ਆ? ਤਾਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਕਿਹਾ ਕਿ 35 ਰੁਪਏ ਅਸੀਂ ਬਜਟ ਕਾਰਨ ਲੇਟ ਹੋ ਗਏ ਸੀ, ਵੀ ਸਾਡਾ ਉਹਨਾਂ ਨਾਲ ਸਮਝੌਤਾ ਜਿਹੜਾ ਹੋਇਆ ਸੀ ਉਹ ਹੁਣੇ ਦੇ ਰਹੇ ਹਾਂ, ਬਜਟ ਤੋਂ ਤੁਰੰਤ ਬਾਅਦ ਦੇ ਰਹੇ ਹਾਂ। ਠੀਕ ਹੈ ਜੀ, ਉਹ ਤੁਰੰਤ ਬਾਅਦ ਬਜਟ ਤੋਂ ਵੀ ਇੰਨਾ ਟਾਈਮ ਨਿਕਲ ਗਿਆ। ਪਹਿਲਾਂ ਸਾਡੇ ਨਾਲ ਇਹ ਆ ਵੀ ਅਸੀਂ ਇਹਦੀ ਜਾਂਦੇ ਰਹੇ ਹਾਂ ਸਰਕਾਰ ਕੋਲ, ਸਾਨੂੰ ਲਾਰੇ, ਕਿਉਂਕਿ ਜਦੋਂ ਇਹ ਗੱਲ ਸੀ ਵੀ ਫਾਈਲ ਉੱਪਰ ਗਈ ਆ, ਫਾਈਲ ਥੱਲੇ ਆ ਗਈ ਜੀ, ਦੁਬਾਰੇ ਆਬਜੈਕਸ਼ਨ ਲੱਗ ਕੇ ਉੱਪਰ ਚਲੀ ਗਈ, ਵੀ ਇਹ ਸਾਨੂੰ ਵੀ ਪਤਾ ਸਰਕਾਰੀ ਕੰਮਾਂ ਦੇ ਵਿੱਚ ਚੀਜ਼ਾਂ ਹੁੰਦੀਆਂ। ਅਸੀਂ ਮਹੀਨਾ 1.5 ਮਹੀਨਾ ਤਾਂ ਇਸੇ ਕੰਮ 'ਚ ਰਹੇ, 2 ਮਹੀਨੇ, ਫਿਰ ਪਤਾ ਨਹੀਂ ਇੱਕਦਮ ਉਹਨਾਂ ਦੇ ਮਨ ਦੇ ਵਿੱਚ ਕੀ ਆ ਗਿਆ। ਸਾਨੂੰ ਪਹਿਲਾਂ ਤਾਂ ਲਾਰੇ ਲਾਉਂਦੇ ਰਹੇ, ਬਾਅਦ ਵਿੱਚ ਪਿਛਲੇ 20-25 ਦਿਨ ਤੋਂ ਉਹਨਾਂ ਨੇ ਸਾਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਚੀਮਾ ਸਾਹਿਬ ਨੇ ਕਹਿੰਦੇ CM ਸਾਹਿਬ ਨੂੰ ਮਿਲੋ, ਤੇ ਜਿਹੜਾ CM ਸਾਹਿਬ ਨੂੰ ਮਿਲਣਗੇ CM ਸਾਹਿਬ ਨੇ ਟਾਈਮ ਨਹੀਂ ਦਿੱਤਾ। ਫਿਰ ਸਾਨੂੰ ਲੱਗਿਆ ਵੀ ਹੁਣ ਇਹ ਮਨ ਦੇ ਵਿੱਚ ਇਹਨਾਂ ਦੇ ਮੈਲ ਆ ਗਈ ਹੈ, ਇਹ ਹੁਣ ਸਾਡੇ ਪੈਸੇ ਰੋਕ ਰਹੇ ਆ। ਠੀਕ ਹੈ ਜੀ, ਮੈਲ ਆਣੀ ਹੁੰਦੀ ਤਾਂ ਜੀ ਪਹਿਲਾਂ ਹੀ ਆ ਜਾਂਦੀ। ਮੈਲ ਤੁਹਾਡੇ ਨਾਲ ਵਾਅਦਾ ਕਰਨ ਤੋਂ ਪਹਿਲਾਂ ਆਂਦੀ। ਵਿਧਾਨ ਸਭਾ ਸੈਸ਼ਨ ਜਿਹੜਾ ਹੈਗਾ ਉਹਦੇ ਰਿਕਾਰਡਡ ਸਪੀਚਾਂ ਹੈ, ਸਾਰਾ ਕੁਝ ਕਿਹਾ ਜਾਂਦਾ ਕਿ 35 ਰੁਪਏ ਮਨਜ਼ੂਰ ਕਰ ਦਿੱਤੇ ਗਏ, ਫਿਰ ਹੁਣ ਮੈਲ ਆਉਣ ਦਾ ਕਿਤਾ ਮਤਲਬ ਹੀ ਨਹੀਂ ਰਹਿ ਗਿਆ ਕੋਈ। ਫਿਰ ਕੀ ਕਰੀਏ ਜੀ, 3 ਮਹੀਨੇ ਹੋ ਗਏ, ਫਾਰਮਰ ਦੁਖੀ ਨੇ। ਲੰਪੀ ਸਕਿਨ ਡਿਜ਼ੀਜ਼ ਨਾਲ ਇੰਨੀਆਂ ਜ਼ਿਆਦਾ ਮੌਤਾਂ ਹੋ ਗਈਆਂ, ਹਜੇ ਤੱਕ ਜਿਹੜੀ ਸਰਕਾਰ ਦੇ ਅੰਕੜੇ ਉਹਦਾ 4-5 ਹਜ਼ਾਰ ਅੰਕੜਾ ਦੱਸ ਰਹੇ ਆ। ਅਸੀਂ 107 ਪਿੰਡਾਂ ਦਾ 4000 ਗਾਂ ਦਾ ਅੰਕੜਾ ਦਿੱਤਾ। ਠੀਕ ਹੈ ਜੀ, ਪੰਜਾਬ ਦੇ ਵਿੱਚ ਘੱਟੋ ਘੱਟ 1.5 ਲੱਖ ਤੋਂ ਵੱਧ ਗਾਂ ਮਰ ਚੁੱਕੀ ਆ। ਫਿਰ ਉਹ ਹੋ ਸਕਦਾ ਵੀ ਲੋਕਾਂ ਨੇ ਰਜਿਸਟਰਡ ਨਾ ਕਰਾਏ ਹੋਣ ਆਪਣੇ ਕੇਸ, ਜਾ ਕੇ ਰਜਿਸਟਰਡ ਇੰਨੇ ਕੁ ਕੇਸ ਹੋਣ, ਤਾਂ ਇਸ ਕਰਕੇ ਕਹਿ ਰਹੀ ਹੈ ਸਰਕਾਰ। ਨਹੀਂ, ਰਜਿਸਟਰਡ ਹੁੰਦੇ ਹੀ ਨਹੀਂ। ਰਜਿਸਟਰਡ ਕੌਣ ਕਰਾਉਂਦਾ ਜੀ? ਨਾ ਕਰਦਾ ਨਾ ਕੋਈ ਆਉਂਦਾ। ਅੱਡਾ ਰੋੜੀ ਤੋਂ ਪਤਾ ਕਰੋ, ਇੱਕ ਪਿੰਡ 'ਚੋਂ ਤੁਹਾਨੂੰ ਅਸੀਂ ਜਗਰਾਉਂ ਆਪਣੇ ਹਲਕੇ ਦੀ ਦੱਸ ਦਿੰਦੇ ਆ, ਇੱਕ ਪਿੰਡ 'ਚ 100 ਐਨੀਮਲ ਮਰ ਗਿਆ। ਤੁਸੀਂ ਜਾ ਕੇ ਕਦੇ ਦੇਖਿਆ ਵੀ ਨਹਿਰਾਂ ਦੇ ਵਿੱਚ ਗਾਈਆਂ ਰੁੜੀਆਂ ਫਿਰਦੀਆਂ? ਕਦੇ ਤੁਸੀਂ ਦੇਖਿਆ ਸਤਲੁਜ ਦਰਿਆ ਦੇ ਵਿੱਚ ਕੰਢੇ ਤੇ ਨਰੀਆਂ ਗਾਈਆਂ ਪਈਆਂ? ਤੁਸੀਂ ਹਿਸਾਬ ਕਿਤਾਬ ਹੀ ਕੋਈ ਨਹੀਂ ਹੈਗਾ ਜੀ। ਤਾਂ ਬਹੁਤ ਖਬਰਾਂ ਆ ਰਹੀਆਂ, ਅਸੀਂ ਵੀ ਰੋਜ਼ ਦੇਖ ਰਹੇ ਹਾਂ। ਤਾਂ ਹੈਗੀਆਂ ਨਾ, ਕਿਉਂਕਿ ਗਾਂ ਮਾਰੀ ਨਹੀਂ ਰਹੀ ਆ, ਤੇ ਅੰਕੜੇ ਜਦੋਂ ਨੋਟੀਫਾਈ ਨਹੀਂ ਕਰ ਰਹੇ। ਤੁਸੀਂ ਨੋਟੀਫਾਈ ਕਰੋਗੇ ਤਾਂ ਤੁਸੀਂ ਤਾਂ ਹੀ ਸਾਨੂੰ ਜਿਹੜਾ ਮਿਲੂਗਾ, ਪੈਸਾ ਮਿਲੂਗਾ ਨਾ, ਜੇ ਨੋਟੀਫਾਈ ਕਰੂਗੀ। ਸਰਕਾਰ ਨੋਟੀਫਾਈ ਨਹੀਂ ਅਜੇ ਤੱਕ ਕੀਤਾ। ਕਿਸਾਨਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ, ਅਸੀਂ ਇਹਨਾਂ ਨੂੰ ਕਿਹਾ ਵੀ ਹੁਣ ਤਾਂ ਦੇ ਦਿਓ ਯਾਰ ਸਾਡੇ ਪੈਸੇ। ਹੁਣ ਤਾਂ ਦੇਖੋ, ਪਹਿਲਾਂ ਜੇ ਤੁਸੀਂ ਦੁੱਧ ਦੇ ਰੇਟ ਸਾਨੂੰ ਪੈਸੇ ਦੇ ਦੋਗੇ ਤੇ ਘੱਟੋ ਘੱਟ ਫਾਰਮਰ ਜਿਹਦੇ ਕੋਲ ਜਿੰਨਾ ਕੁ ਦੁੱਧ ਬਚਿਆ ਉਹ ਉਹਦਾ ਮਾੜਾ ਮੋਟਾ ਖਰਚਾ ਤਾਂ ਤੋਰੂਗਾ। ਇੱਕ ਕਿਸ ਦਾ ਬਲੌਕ ਹੋ ਗਿਆ ਰੇਟ। ਹਾਲਾਂਕਿ ਸਾਡਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਹੱਕ 7 ਤੋਂ 8 ਰੁਪਏ ਲੀਟਰ ਹੈ ਜੀ। ਕਾਰਨ ਉਹਦਾ ਇਹ ਆ ਵੀ ਪ੍ਰਾਈਵੇਟ ਮਾਰਕੀਟ ਅੱਜ 7 ਰੁਪਏ ਉੱਪਰ ਆ। ਮੱਝਾਂ ਦਾ ਰੇਟ 10 ਰੁਪਏ ਉੱਪਰ ਆ ਜੀ। 10 ਰੁਪਏ ਦੁੱਧ ਦਾ ਰੇਟ ਅੱਜ 6.5 ਫੈਟ ਦਾ। ਜੇ ਅਸੀਂ ਪ੍ਰਤੀ ਕਿੱਲੇ ਐਵਰੇਜ ਦੀ ਗੱਲ ਕਰੀਏ, ਪ੍ਰਤੀ ਕਿਲੋ ਐਵਰੇਜ ਜਿਹੜੀ ਹੈਗੀ ਆ, ਕਿਸਾਨ ਨੂੰ ਕਿੰਨੇ ਰੁਪਏ ਮਿਲ ਜਾਂਦੇ ਦੁੱਧ ਦੇ? ਨਹੀਂ, ਤੁਸੀਂ ਮੰਨ ਲਓ ਜੇ 6.5 ਫੈਟ ਦਾ ਮੱਝ ਦਾ 48 ਰੁਪਏ ਆ। ਠੀਕ ਹੈ ਜੀ, ਤੇ ਪ੍ਰਾਈਵੇਟ 58 ਰੁਪਏ ਰੇਟ ਅੱਜ। ਗਾਂ ਦਾ ਜੇ 3-7-8-2 ਦਾ 35 ਰੁਪਏ 36 ਰੁਪਏ, ਤੇ ਬਾਹਰ 42 ਰੁਪਏ ਆ। ਅਸੀਂ ਕਹਿੰਦੇ ਵੀ ਜੇ ਸਾਡਾ ਅਸੀਂ 4 ਸਾਲ ਮੰਦਾ ਝੱਲਿਆ, ਠੀਕ ਹੈ ਜੀ, ਹੁਣ ਅਸੀਂ ਆਪਣੇ ਗਾਈਆਂ ਦੇ ਨੁਕਸਾਨ ਵੀ ਝੱਲੇ। ਇੱਕ ਫਾਰਮ ਤੇ 10 ਤੋਂ ਲੈ ਕੇ 40 ਗਾਈਆਂ ਮਰ ਗਈਆਂ। ਠੀਕ ਹੈ ਜੀ, ਇੱਕ ਪਿੰਡ ਦੇ ਵਿੱਚ 30 ਤੋਂ ਲੈ ਕੇ 50-100 ਗਾਂ ਮਰ ਗਈ। ਤੇ ਹੁਣ ਵੀ ਜੇ ਸਰਕਾਰ ਸਾਡੇ ਪੈਸੇ ਨਹੀਂ ਦਊ, ਕਦੋਂ ਦਊ? ਲੋਕਾਂ ਨੂੰ ਤੁਸੀਂ ਹਜੇ ਮੁਆਵਜ਼ਾ, ਇੱਕ ਤਾਂ ਮੁਆਵਜ਼ਾ ਦਿਓ। ਜਿਹੜੇ ਵਿਚਾਰੇ ਜਿਨ੍ਹਾਂ ਦੀ 10 ਚੋਂ 7 ਗਾਈਆਂ ਮਰ ਗਈਆਂ, ਉਹ ਕਿਵੇਂ ਕੰਮ ਦੁਬਾਰੇ ਤੋਰੂਗਾ? ਜਿਹੜੇ ਪਿੰਡ 'ਚ ਕਿਸੇ ਨੇ 5 ਗਾਈਆਂ ਬੰਨੀਆਂ ਸੀ, ਘਰੇ ਵਿਚਾਰੇ ਨੇ 4 ਬੰਨੀਆਂ, 4 ਮਰ ਗਈਆਂ, ਜਾਂ ਉਹ 'ਚੋਂ 2 ਮਰ ਗਈਆਂ, 3 ਮਰ ਗਈਆਂ, ਇੱਕ ਤਾਂ ਉਹ ਮੁਆਵਜ਼ਾ ਦਿਓ।
ਠੀਕ ਹੈ ਜੀ। ਇੱਕ ਘੱਟੋ ਘੱਟ ਉਹਨੂੰ ਰੇਟ ਦਿਓ ਤਾਂ ਕਿ ਉਹ ਇਲਾਜ ਕਰਾ ਸਕੇ ਆਪਣਾ ਧੰਦਾ ਚਲਾ ਸਕੇ। ਸਰਕਾਰ ਜਿਹੜਾ ਵਾਅਦਾ ਕੀਤਾ ਹੋਇਆ ਉਹ ਤਾਂ ਪੂਰਾ ਕਰੇ ਨਾ ਜੀ। ਉਹ ਤਾਂ ਵਾਅਦਾ ਕੀਤਾ, ਉਹਨਾਂ ਦੀ ਅਨਾਉਂਸਮੈਂਟ ਆ। ਤੁਸੀਂ ਵਿਧਾਨ ਸਭਾ ਦੀ ਵੀ ਇਹ ਤਾਂ ਜਿਹੜੀ ਵਿਰੋਧਤਾ ਵਾ, ਜਦੋਂ ਤੁਸੀਂ ਉਹਦਾ ਵੀ ਉਲੰਘਣਾ, ਵਿਧਾਨ ਸਭਾ ਹਾਊਸ ਦਾ ਉਲੰਘਣਾ ਤੁਸੀਂ ਹਾਊਸ ਦੇ ਵਿੱਚ ਅਨਾਉਂਸਮੈਂਟ ਕੀਤੀ ਆ। ਹੁਣ ਅਸੀਂ ਕਿਉਂ ਸੜਕਾਂ ਤੇ ਆਏ ਜੀ? 3 ਮਹੀਨੇ ਅਸੀਂ ਚੱਕਰ ਕੱਢੇ ਆ। ਹੁਣ ਜਦੋਂ ਸਾਨੂੰ ਕੋਈ ਦੱਸਣੋਂ ਹੀ ਹਟ ਗਿਆ ਪੈਸੇ ਕਦੋਂ ਦੇਣੇ ਆ, ਤੇ ਅਸੀਂ ਤਾਂ ਸਾਨੂੰ ਮਜਬੂਰ ਨਾ ਆਇਆ। ਅਸੀਂ ਇਹ ਕੰਮ ਕਰਨ ਵਾਲੇ ਬੰਦੇ ਆ, ਅਸੀਂ ਕਿਉਂ ਆਉਣਾ ਸੀ ਸੜਕਾਂ ਦੇ ਉੱਤੇ? ਸਾਨੂੰ ਮਜਬੂਰੀ ਨਾਲ ਆਉਣਾ ਪਿਆ। ਤੇ ਸਰਕਾਰ ਨੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਵੀ ਸਰਕਾਰ ਬਹੁਤ ਕੇਸਾਂ 'ਚ ਇਦਾਂ ਹੋਇਆ ਵੀ ਸਰਕਾਰ ਵਾਅਦੇ ਕਰਦੀ ਆ, ਲੋਕਾਂ ਨੂੰ ਕਹਿ ਦਿੱਤਾ ਜਾਂਦਾ ਕਿ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਂਦੇ, ਸਾਰਾ ਕੁਝ ਹੋ ਜਾਂਦਾ, ਤਾਂ ਫਿਰ ਜਿਹੜੇ ਹੈਗੇ ਲੋਕ ਮੁੜ ਕੇ ਸੜਕਾਂ ਦੇ ਉੱਤੇ ਰਹਿੰਦੇ। ਉਹ ਵਾਅਦੇ ਪੂਰੇ ਕਿਉਂ ਨਹੀਂ ਹੋ ਰਹੇ? ਕੀ ਕਾਰਨ ਲੱਗਦਾ ਕਿ ਇੰਨੇ ਅਨਐਕਸਪੀਰੀਅੰਸ ਜਿਹੜੇ ਬੰਦੇ ਹੈਗੇ ਆ, ਜਿਹੜੇ ਮਤਲਬ ਗੱਲਾਂ ਕਹਿ ਦਿੰਦੇ ਆ, ਪਤਾ ਹੁੰਦਾ ਕਿ ਪੂਰੀਆਂ ਨਹੀਂ ਹੋਣੀਆਂ, ਜੇ ਪੂਰੀਆਂ ਨਹੀਂ ਹੋਣੀਆਂ ਫਿਰ ਵਾਅਦੇ ਕਿਉਂ ਹੁੰਦੇ ਆ? ਪਰ ਮੈਨੂੰ ਸਮਝ ਨਹੀਂ ਆਉਂਦੀ ਜੀ, ਕਿਉਂਕਿ ਕਾਰਨ ਇਹ ਆ ਵੀ ਜੇ ਆਪਾਂ ਧੰਦਾ ਡੈਰੀ ਦਾ ਧੰਦਾ ਜਿਹੜਾ ਖੇਤੀਬਾੜੀ ਦੇ ਵਿੱਚ ਪਹਿਲਾਂ ਤੌਰ ਤੇ ਸਹਾਇਕ ਧੰਦੇ ਵਜੋਂ ਜਾਣਿਆ ਜਾਂਦਾ ਜੀ, ਠੀਕ ਹੈ ਜੀ। ਜਿਹੜੇ ਖੇਤੀ ਕਰਦੇ ਉਹਨਾਂ ਦਾ ਸਹਾਇਕ ਧੰਦਾ, ਪਰ ਅਸੀਂ ਆਰਗੇਨਾਈਜੇਸ਼ਨ ਨੇ ਕੰਮ ਕੀਤਾ ਇਸ ਧੰਦੇ ਨੂੰ ਅਸੀਂ ਮੁੱਖ ਧੰਦੇ ਤੌਰ ਤੇ ਲੈ ਕੇ ਆਏ। ਇੱਕ ਖੇਤੀ ਦੇ ਵਿੱਚ ਦੂਜੇ ਨੰਬਰ ਦਾ ਧੰਦਾ ਮੁੱਖ ਧੰਦਾ ਡੈਰੀ ਬਣਿਆ। ਸਾਡੇ ਜਿਹੜੇ ਕਮਰਸ਼ੀਅਲ ਡੈਰੀ ਫਾਰਮਰ ਉਹਨਾਂ ਦਾ ਮੁੱਖ ਧੰਦਾ ਡੈਰੀ ਆ, ਤੇ ਉਹਨਾਂ ਦੀ ਜਿਹੜੀ ਸਹਾਇਕ ਧੰਦਾ ਖੇਤੀ ਆ, ਤੇ ਖੇਤੀ ਸਾਰੀ ਕਰਦੇ ਆ। ਜਿਹਦੇ 100 ਗਾਂ ਰੱਖੀ ਉਹਨਾਂ 70 ਕਿੱਲੇ ਦੀ ਖੇਤੀ ਵੀ ਕਰਦਾ, ਠੀਕ ਹੈ ਜੀ। ਤੇ ਇਸ ਕਰਕੇ ਇਹ ਧੰਦੇ ਨੇ ਅਸੀਂ ਪੰਜਾਬ ਪਹਿਲੇ ਨੰਬਰ ਤੇ ਆਇਆ। ਅੱਜ ਮੁੰਡੇ ਨਵੇਂ ਯੰਗ ਮੁੰਡੇ ਨੇ ਕੰਮ ਕੀਤਾ ਔਰ ਬਹੁਤ ਵਧੀਆ ਰੁਜ਼ਗਾਰ ਤੁਰਿਆ। ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ, ਇਦੋਂ ਵਧੀਆ ਜਿਹੜਾ ਸਥਾਪਿਤ ਹੋ ਚੁੱਕਿਆ ਰੁਜ਼ਗਾਰ ਆ ਉਹਨੂੰ ਨਾ ਜਾੜੋ, ਤੁਸੀਂ ਉਸ ਰੁਜ਼ਗਾਰ ਨੂੰ ਬਚਾ ਲਓ। ਉਹ ਡੈਰੀ ਫਾਰਮ ਜਿਹੜੇ ਵਿਚਾਰਿਆਂ ਨੇ ਕਰਜ਼ੇ ਲੈ ਕੇ ਬਣਾਏ ਆ, ਜਾਂ ਜੇ ਕਿਹੜੇ 10 ਗਾਈਆਂ ਜਾਂ 5 ਗਾਈਆਂ ਘਰੇ ਰੱਖੀਆਂ, ਉਹਦੀ ਰਸੋਈ ਚੱਲਦੀ ਹੈ, ਬਾਕੀ ਖੇਤੀ ਤੋਂ ਉਹਦਾ ਹਿਸਾਬ ਕਿਤਾਬ ਆਪਣਾ ਹੋਰ ਖਰਚੇ ਹੁੰਦੇ ਉਹ ਚੱਲਦੇ ਆ। ਤੇ ਘੱਟੋ ਘੱਟ ਹੁਣ ਜੇ ਤੁਸੀਂ ਹੁਣ ਵੀ ਟਾਈਮ ਨਾਲ ਸਾਡੇ ਨਾਲ ਨਾ ਖੜੇ ਤੇ ਫਿਰ ਕਦੋਂ ਖੜੋਗੇ? ਬਸ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ। ਸਰਦਾਰ ਸਾਹਿਬ, 2 ਰੁਪਏ ਕਿਲੋ ਜਿਹੜੇ ਦੁੱਧ ਦੀ ਤਾਂ ਹੁਣ ਪਿੱਛੇ ਖਬਰਾਂ ਆਈਆਂ ਹੈ ਕਿ 2 ਰੁਪਏ ਕਿਲੋ ਦੁੱਧ ਤਾਂ ਵੇਰਕਾ ਵੱਲੋਂ ਵੀ ਵਧਾਇਆ ਜਾਂਦਾ, ਹੋਰ ਕੰਪਨੀਆਂ ਵੱਲੋਂ ਵੀ ਦੁੱਧ ਵਧਾਇਆ ਜਾਂਦਾ। ਉਧਰ ਤਾਂ ਦੁੱਧ ਮਹਿੰਗਾ ਹੋ ਜਾਂਦਾ ਜਿਹੜਾ ਲੋਕਾਂ ਕੋਲ ਜਾਣਾ, ਤੇ ਤੁਹਾਨੂੰ ਪੈਸੇ ਨਹੀਂ ਮਿਲ ਰਹੇ। ਹਾਂਜੀ, ਇਹ ਜੋ ਵੀ ਮਤਲਬ ਰੇਟ ਪਿੱਛੋਂ ਵੱਧਦਾ ਜੀ, ਉਹਦਾ ਫਾਰਮਰ ਨੂੰ ਹਲੇ ਉਹ ਕੋਈ ਪਾਸ ਆਨ ਨਹੀਂ ਕੀਤਾ। ਜਿਸ ਤਰ੍ਹਾਂ ਹੁਣ ਜਿਵੇਂ ਪਿੱਛੇ ਕੁਛ ਦਿਨਾਂ ਤੋਂ 2 ਰੁਪਏ ਪ੍ਰਾਈਸ ਵਧਾਇਆ, ਉਹਦਾ ਵੀ ਵੇਰਕਾ ਨੇ ਹਲੇ ਤੱਕ ਕੋਈ ਰੇਟ ਨਹੀਂ ਦਿੱਤਾ ਜਿਹੜਾ ਫਾਰਮਰ ਨੂੰ ਅੱਗੇ ਦਿੱਤਾ ਹੋਵੇ ਜੀ। ਤੇ ਜਦੋਂ ਗੱਲਾਂ ਆਉਂਦੀਆਂ ਕਿ 20 ਰੁਪਏ ਮਹਿੰਗਾ ਹੋ ਗਿਆ, ਫਿਰ ਇਹ ਜਿਹੜੇ ਅੰਕੜੇ ਹੁੰਦੇ ਕਿਹੜੇ ਹੁੰਦੇ? ਪ੍ਰਤੀ ਕਿਲੋ ਫੈਟ ਦਾ ਜਿਹੜਾ ਫਾਰਮੂਲਾ ਕੀ ਆ, ਜਿਹੜਾ ਜੇ ਉਹਦੇ ਹਿਸਾਬ ਨਾਲ ਕਿੱਦਾਂ ਤੁਹਾਡੇ ਰੇਟ ਨੂੰ ਫਰਕ ਪੈਂਦਾ? ਨਹੀਂ, ਉਹ ਜਿਹੜਾ ਗਾਈਆਂ ਦੇ ਵਿੱਚ ਘਿਓ ਤੇ SNF ਦਾ ਰੇਟ ਹੁੰਦਾ ਜੀ ਇਹ, ਠੀਕ ਹੈ, ਫਾਰਮੂਲਾ ਜਿਹੜਾ ਲੱਗਦਾ, ਤੇ ਘਿਓ ਦਾ ਰੇਟ ਆ ਇਹ। ਉਸ ਹਿਸਾਬ ਨਾਲ ਤਕਰੀਬਨ 20 ਰੁਪਏ ਕਿਲੋ ਫੈਟ ਨਾਲ 1 ਰੁਪਈਏ ਤੋਂ ਥੋੜਾ ਜਿਹਾ ਮੱਝਾਂ ਦਾ ਜ਼ਿਆਦਾ ਹੋ ਜਾਂਦਾ, ਗਾਈਆਂ ਦਾ 1 ਰੁਪਈਆ, ਇੰਨਾ ਰੇਟ ਵੱਧਦਾ ਜੀ। ਤਕਰੀਬਨ ਆਲਮੋਸਟ 3 ਰੁਪਏ ਦੀ ਗੱਲ ਸੀ, 1 ਮਿਲ ਗਿਆ, 2 ਮਿਲਣੇ ਆ, 2 ਪੌਣੇ ਗਾਈਆਂ ਦੇ ਪੌਣੇ 2 ਮੱਝਾਂ ਦੇ 2 ਪਲੱਸ। ਪਰ ਕੱਲੀ ਇੰਨੀ ਗੱਲ ਨਹੀਂ ਹੈ ਜੀ, ਇਹ ਇੱਕ ਬੰਨ ਲੱਗ ਗਿਆ, ਠੀਕ ਹੈ। ਇਹ ਲੈ ਕੇ ਅਸੀਂ ਜਿਹੜਾ ਹੁਣ ਵਧਾਇਆ ਉਹ ਵੀ ਲੈਣੇ ਆ ਨਾ, ਉਹ ਬਾਅਦ ਚ ਅਸੀਂ ਉਹ ਵੀ ਲੈਣੇ ਆ ਜਿਹੜੇ ਪੈਸੇ। ਜੇ ਤੁਹਾਨੂੰ ਸਰਕਾਰ ਪੈਸੇ ਵੱਧ ਦਊਗੀ, ਫਿਰ ਆਮ ਲੋਕਾਂ ਨੂੰ ਜਿਹੜਾ ਦੁੱਧ ਮਿਲੂਗਾ ਉਹਦੇ ਤੇ ਫਰਕ ਪਊਗਾ, ਉਹਨਾਂ ਨੂੰ ਵੀ ਮਹਿੰਗਾ ਮਿਲੂਗਾ। ਬਾਈ ਜੀ, ਮੈਂ ਇੱਕ ਤਾਂ ਚੈਨਲ ਵਿੱਚ ਤੁਹਾਨੂੰ ਜ਼ਰੂਰ ਸਾਰੇ ਜਿੰਨੇ ਵੀ ਚੈਨਲ ਵਾਲਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਹਰ ਚੀਜ਼ ਦਾ ਰੇਟ ਵੱਧਦਾ, ਚੈਨਲ ਵਾਲੇ ਕੋਈ ਨਹੀਂ ਪੁੱਛਦੇ, ਠੀਕ ਹੈ ਜੀ। ਜਦੋਂ ਦੁੱਧ ਦਾ ਰੇਟ ਵੱਧਦਾ, ਠੀਕ ਹੈ, ਮੈਂ ਕੱਲ ਪਰਸੋਂ ਇੱਕ ਦਿਨ ਚੈਨਲ ਤੇ ਸੁਣ ਰਿਹਾ ਸੀ, ਉਹ ਆ ਰਿਹਾ ਸੀ ਸ਼ਾਇਦ ਔਨ 에ਅਰ ਤੇ ਸੀਗਾ, ਠੀਕ ਹੈ ਜੀ। ਉਹ ਕਿਸੇ ਇੱਕ ਬੰਦੇ ਵਧੀਆ ਜੈਂਟਲਮੈਨ ਨੂੰ ਪੁੱਛ ਰਿਹਾ ਵੀ ਤੇਰਾ ਵੀ ਰੇਟ ਵੱਧ ਗਿਆ। ਉਹ ਕਹਿੰਦਾ ਜੀ 2 ਰੁਪਏ ਨਾਲ ਮੈਂ 3 ਕਿਲੋ ਦੁੱਧ ਲੈਣਾ, ਮੇਰਾ ਹਰ ਰੋਜ਼ ਦਾ 6 ਰੁਪਏ ਦਾ ਬਜਟ, ਤੇ 180 ਰੁਪਏ ਮੇਰਾ ਵੱਧ ਗਿਆ। ਤੇ 20 ਰੁਪਏ ਦਾ ਇੱਕ ਗੋਲ ਗੱਪਾ ਜੀ, ਉਹ ਤਾਂ ਦਿਹਾੜੀ 'ਚ ਖਿਲਾ ਦਿੰਦੇ, ਬੰਦਾ ਇੱਕ ਬੱਚੇ ਨੂੰ ਖਿਲਾ ਦਿੰਦੇ ਆ। ਕੀ ਵੀ ਜਿਹੜਾ ਦੁੱਧ ਪੈਦਾ ਹੁੰਦਾ, ਲੋਕਾਂ ਦੇ ਕਰੋੜਾਂ ਦੇ ਜਾਨਵਰ ਮਰ ਗਏ, ਕਿਵੇਂ ਦੁੱਧ ਪੈਦਾ ਹੁੰਦਾ, ਕਿੱਥੋਂ ਆਉਂਦਾ? ਤੁਸੀਂ ਨਕਲੀ ਦੁੱਧ ਪੀਓ ਫਿਰ, ਜੇ ਸਸਤਾ ਪੀਣਾ ਵਾ ਤਾਂ। ਜੇ ਤੁਸੀਂ ਕਹਿੰਦੇ ਆ ਮਹਿੰਗਾਈ ਦਰ ਵੱਧਦੀ ਜਾਵੇ, ਠੀਕ ਹੈ ਜੀ, 4 ਸਾਲ 'ਚ ਮਹਿੰਗਾਈ ਦਰ ਵੱਧ ਗਈ, ਸਾਡਾ ਦੁੱਧ ਦਾ ਰੇਟ ਵਧਿਆ ਨਹੀਂ, ਤੁਹਾਨੂੰ ਅਸੀਂ ਫਰੀ ਗਊਸ਼ਾਲਾ ਥੋੜੀ ਖੋਲੀਆਂ, ਸਾਡੇ ਇਹੀ ਗਾਂ ਅਸੀਂ ਸਾਡਾ ਬਿਜ਼ਨਸ ਆ, ਠੀਕ ਹੈ ਜੀ। ਜਿਹੜਾ ਵਿਚਾਰਾ 10 ਗਾਈਆਂ 5 ਰੱਖੇ, ਸਵੇਰੇ 4 ਵਜੇ ਉੱਠ ਕੇ ਕੰਮ ਕਰਦਾ, ਉਹਦਾ ਬਿਜ਼ਨਸ ਆ। ਤੁਸੀਂ ਉਹਦੀ ਮਿਹਨਤ ਵੱਲ ਤਾਂ ਦੇਖਦੇ ਨਹੀਂ। ਜਦੋਂ ਤੁਸੀਂ ਤਾਂ ਕਹਿੰਦੇ ਆ ਤੁਹਾਡੀ ਤਨਖਾਹ ਵਾ ਜੀ, ਸਾਡੀ ਹਰ ਸਾਲ ਇੰਕਰੀਮੈਂਟ ਲੱਗਣੀ ਚਾਹੀਦੀ ਹੈ, ਠੀਕ ਹੈ ਜੀ। ਸਾਡਾ ਬਿਜ਼ਨਸ ਆ, ਇੰਨੇ ਚੀਜ਼ ਆਈ ਹੈ, ਇੰਨਾ ਅਸੀਂ ਤਾਂ ਘੱਟੋ ਘੱਟ 25 ਜਾਂ 30% ਪ੍ਰੋਫਿਟ ਰੱਖਣਾ ਹੀ ਰੱਖਣਾ ਵਾ। ਜਦੋਂ ਡੈਰੀ ਫਾਰਮਰ ਦੇ ਮਹਿੰਗਾਈ ਦਰ ਲਾਗੂ ਹੁੰਦੀ ਆ, ਉਹਦੇ ਖਰਚੇ ਵੱਧ ਗਏ, ਉਹਨੂੰ ਪੈਸਾ ਨਹੀਂ ਮਿਲਦਾ। ਮੈਂ ਚੈਨਲ ਵਾਲਿਆਂ ਨੂੰ ਇੱਕ ਜ਼ਰੂਰ ਬੇਨਤੀ ਕਰਦਾ, ਜਾ ਕੇ ਕੰਮ ਕਰ ਦੇਖੋ ਸਹੀ ਬੰਦੇ ਕਿਵੇਂ ਕਰਦੇ ਆ। ਤੁਸੀਂ ਤਾਂ ਦਹਾਈ ਪੱਟ ਦਿੰਦੇ ਆ, ਐਵੇਂ ਤੁਰੇ ਜਾਂਦੇ ਫੜ ਕੇ, ਉਹ ਹਾਂਜੀ ਮਹਿੰਗਾਈ ਬਹੁਤ ਵੱਧ ਗਈ। ਕੀ ਵੱਧ ਗਈ ਯਾਰ? 150-200 ਨਾਲ ਕੀ ਬਜਟ ਦਾ ਫਰਕ ਪੈਂਦਾ? ਉਹ ਦੁੱਧ ਜਿਹੜਾ ਸਵੇਰੇ ਸਾਜਰੇ ਉੱਠ ਕੇ ਤੁਸੀਂ ਆਪਣੀ ਚਾਹ ਬਣਾਉਣੀ ਆ, ਦਹੀਂ ਖਾਣਾ ਵਾ, ਸ਼ਾਮ ਨੂੰ ਪੀਣ ਨੂੰ ਬੱਚਿਆਂ ਨੂੰ ਦੁੱਧ ਦੇਣਾ, ਉਹ ਅੰਮ੍ਰਿਤ ਆ। ਅੰਮ੍ਰਿਤ ਤਾਂ ਇੰਨਾ ਫਰੀ ਨਹੀਂ ਮਿਲਦਾ। ਅੰਮ੍ਰਿਤ ਹੁਣ ਵੀ ਅਸੀਂ ਬੇਨਤੀ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ, ਅਸੀਂ ਆਹ ਕੰਮ ਰੁਕ ਗਿਆ, ਇਹ ਆਹ ਸਾਡਾ ਐਜੀਟੇਸ਼ਨ ਦੀ ਸਫਲਤਾ ਤੋਂ ਬਾਅਦ
ਅਸੀਂ ਅਡਲਟ੍ਰੇਸ਼ਨ ਤੇ ਫਿਰ ਵੱਡਾ ਅੱਗੇ ਵੀ ਅਸੀਂ ਬਹੁਤ ਹੰਭਲਾ ਮਾਰਿਆ ਸੀ। ਹੁਣ ਬੜੀ ਸਮੇਂ ਦੀ ਲੋੜ ਆ ਅਡਲਟ੍ਰੇਸ਼ਨ ਤੇ, ਕਿਉਂਕਿ ਹੁਣ ਦੁੱਧ ਹੀ ਹੈ ਨਹੀਂ ਮਾਰਕੀਟ 'ਚ। ਪਰ ਉਹ ਵੀ ਦੋਸ਼ ਤਾਂ ਫਿਰ ਡੇਅਰੀ ਜਿਹੜੇ ਕਿਸਾਨ ਹੈਗੇ ਉਹਨਾਂ ਤੇ ਆਉਂਦਾ ਨਾ ਕਿ ਜਿਹੜਾ ਹੈਗਾ ਦੁੱਧ ਸਪਲਾਈ ਤਾਂ ਉਹੀ ਕਰਦਾ ਹੈ ਕਿਸਾਨ, ਜਿਹੜਾ ਦੁੱਧ ਉਤਪਾਦਨ ਕਰਦਾ ਹੈ ਉਹਨਾਂ ਕੋਲ ਹੀ ਦੁੱਧ ਆਉਂਦਾ, ਨਕਲੀ ਦੁੱਧ ਫਿਰ ਤਿਆਰ ਕਿਉਂ ਹੋ ਰਿਹਾ? ਉਹ ਬੰਦੇ ਦੋਸ਼ ਤਾਂ ਕਿਤੇ ਨਾ ਕਿਤੇ ਲੱਗਦਾ। ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਅੱਜ ਤੋਂ ਜਦੋਂ ਤੰਦਰੁਸਤ ਪੰਜਾਬ ਵਾਲੀ ਲਹਿਰ ਚੱਲੀ ਸੀ ਨਾ, ਅਸੀਂ ਪਨੀਰ ਫੜਿਆ। ਤੁਸੀਂ ਯਕੀਨ ਮੰਨੋਗੇ ਪਨੀਰ ਕਿੰਨਾ ਬੰਦਿਆਂ ਕੋਲੋਂ ਫੜਿਆ? ਪਿੰਡਾਂ ਵਾਲਾ ਇੱਕ ਵੀ ਬੰਦਾ ਨਹੀਂ ਸੀ, ਸਾਰੇ ਸ਼ਹਿਰੀਏ ਸੀ ਜਿਹੜੇ ਬਣਾਉਂਦੇ ਸੀ, ਜਿਨ੍ਹਾਂ ਦੀ ਫੈਕਟਰੀਆਂ ਉਤਪਾਦਕ ਨਹੀਂ, ਮਤਲਬ ਇਦਾਂ ਕਰਦਾ ਕੋਈ ਦੁੱਧ ਉਤਪਾਦਕ ਨਹੀਂ ਸੀ। ਪਨੀਰ ਦੀਆਂ ਇੱਕ ਕਮਰੇ 'ਚ ਫੈਕਟਰੀਆਂ ਸੀਗੀਆਂ ਜੀ, ਕੋਈ ਕਿਸਾਨ ਨਹੀਂ ਸੀ ਉਹਨਾਂ ਦੇ ਵਿੱਚ। 99.9% ਬੰਦੇ ਉਹ ਫੜੇ ਜਿਹੜੇ ਬਿਜ਼ਨਸਮੈਨ ਸੀ, ਜਿਹੜੇ ਦੁਕਾਨਦਾਰੀ ਨਾਲ ਸੰਬੰਧਿਤ ਨਹੀਂ, ਸਾਰੇ ਉਹ ਫੜੇ। ਉਹਨਾਂ ਨੇ ਸਾਡੇ ਖਿਲਾਫ ਵੀ ਮੁੜ ਕੇ ਰਲ ਕੇ ਸਾਨੂੰ ਫਸਾਉਣ ਲਈ ਬੜੀ ਕੋਸ਼ਿਸ਼ ਕੀਤੀ, ਸਾਡੇ ਖਿਲਾਫ ਧਰਨੇ ਵੀ ਲਾਏ ਉਹਨਾਂ ਨੇ, PDF ਵਾਲਿਆਂ ਦੇ ਵੀ, ਸਾਡੇ ਪੇਟ ਤੇ ਲੱਤ ਮਾਰਦੇ ਆ ਕਰਦੇ ਆ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੱਸਣਾ ਚਾਹੁੰਦੇ ਆ, ਕਿਸੇ ਵਧੀਆ ਕੰਪਨੀ ਦਾ ਸਮਾਨ ਲਓ ਜਿਹਦੇ ਪੈਕਟ ਹੈਗਾ, ਠੀਕ ਹੈ ਜੀ। ਅਸੀਂ ਤੁਹਾਡੇ ਮਾਧਿਅਮ ਨਾਲ ਹਲਵਾਈ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਹਾਂ ਵੀ ਅੱਗੇ ਹਲਵਾਈ ਕੀ ਹੁੰਦੇ ਸੀ ਨਾ, ਦੁੱਧ ਲੈਂਦੇ ਹੁੰਦੇ ਸੀਗੇ ਜਦੋਂ ਸੀਜ਼ਨ ਆ ਜਾਣਾ। ਹੁਣ ਖੋਆ ਵੀ ਰੈਡੀਮੇਡ, ਪਨੀਰ ਵੀ ਰੈਡੀਮੇਡ। ਉਹ ਵੀ ਵਿਚਾਰੇ ਕੀ ਕਰਨ, ਕਿਉਂਕਿ ਇੱਕ ਪਨੀਰ ਜੇ ਮੰਨ ਲਓ 400 ਰੁਪਏ ਕਿਲੋ ਬਣਦਾ, ਪੌਣੇ 400 ਰੁਪਏ ਦਾ ਬਣਦਾ, ਤੇ ਗਵਾਂਢੀ 250 ਰੁਪਏ ਦਾ ਵੇਚੀ ਜਾਂਦਾ, ਉਹਦਾ ਵਿਕਦਾ ਹੀ ਨਹੀਂ। ਕੈਟਰਿੰਗ ਵਾਲੇ ਮੈਂ ਸਾਰੇ ਜਿੰਨੇ ਵੀ ਜਿਹੜੇ ਲੋਕਾਂ ਨੂੰ ਬੇਨਤੀ ਕਰਦਾ, ਯਾਰ ਲੋਕਾਂ ਨੂੰ ਤੁਸੀਂ 50-50 ਲੱਖ ਰੁਪਏ ਵਿਆਹਾਂ ਤੇ ਲਾਣੇ, 20-20 ਲੱਖ ਲਾ ਦਿੰਦੇ ਆ। ਘੱਟੋ ਘੱਟ ਵਧੀਆ ਕੰਪਨੀ ਦਾ ਪਨੀਰ ਉੱਥੇ ਆਓ, ਲੋਕਾਂ ਨੂੰ ਬਿਮਾਰ ਕਰੀ ਜਾਂਦੇ ਆ ਉੱਥੇ ਤੁਸੀਂ। ਅਸੀਂ ਇਹ ਸਾਰਿਆਂ ਖਿਲਾਫ ਮੁਹਿੰਮ ਛੇੜਨੀ ਆ। ਅਸੀਂ ਹਲਵਾਈ ਭਾਈਚਾਰੇ ਨੂੰ ਵੀ ਕਹਿੰਦੇ ਵੀ ਤੁਸੀਂ ਆਪਣੇ ਆਪ ਦੀਆਂ ਮੀਟਿੰਗਾਂ ਕਰਕੇ ਸਹੀ ਕਰ ਲਓ। ਕੰਪਨੀਆਂ ਕਿਹੜੀਆਂ ਕੰਪਨੀਆਂ ਭਰੋਸੇਯੋਗ ਕਹਿ ਸਕਦੇ? ਹੁਣ ਇੱਕ ਤਾਂ ਲੋਕਲ ਜਿਹੜੇ ਹੈਗੇ ਆ, ਤੁਸੀਂ ਕਹਿੰਦੇ ਹੋ ਵੀ ਨਕਲੀ ਪ੍ਰੋਡਕਟ ਬਣ ਰਹੇ ਆ ਦੁਕਾਨਾਂ ਤੇ, ਸ਼ਹਿਰੀ ਲੋਕ ਜਿਹੜੇ ਹੈਗੇ ਆ, ਵਪਾਰੀ ਲੋਕ ਬਣਾ ਰਹੇ ਆ, ਫਿਰ ਕੰਪਨੀਆਂ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਨਾਂ ਦਿੱਤਾ ਹੋਇਆ। ਕਿਹੜੀਆਂ ਭਰੋਸੇਯੋਗ ਕੰਪਨੀਆਂ ਦੀ ਗੱਲ ਕਰਦੇ ਆ ਵੀ ਇਹਨਾਂ ਤਾਂ ਸਿਹਤਮੰਦ ਰਹਿ ਸਕਦੇ ਲੋਕ? ਜਿਹੜੇ ਵਪਾਰੀ ਲੋਕ ਆ ਨਾ ਜੀ, ਉਹ ਐ ਨਹੀਂ ਹੈਗੇ, ਉਹ ਅੱਡ ਜਗ੍ਹਾ ਲੁਕਮੀ ਜਗ੍ਹਾ ਬਣਾਉਂਦੇ ਆ ਤੇ ਸਪਲਾਈ ਸਵੇਰੇ 4 ਵਜੇ ਉਹ ਹਲਵਾਈਆਂ ਨੂੰ, ਕੈਟਰਰਾਂ ਨੂੰ, ਹੋਰਾਂ ਨੂੰ ਕਰ ਦਿੰਦੇ ਆ। ਪਨੀਰ ਦੀ ਬਹੁਤ ਵੱਡੀ ਮਾਤਰਾ ਇਹਦੇ ਵਿੱਚ, ਠੀਕ ਹੈ ਜੀ। ਭਰੋਸੇਯੋਗਤਾ ਜਿਹੜੇ ਪ੍ਰੋਸੈਸਿੰਗ ਪਲਾਂਟ ਆ, ਵੇਰਕਾ, ਮੁੱਲ, ਨੈਸਲੇ, ਜਿਹੜੀਆਂ ਵੀ ਤੁਸੀਂ ਵਧੀਆ ਕੰਪਨੀਆਂ ਨੇ, ਜਾਂ ਦੂਜੇ ਸੁਪਰ, ਜਿਹੜੀਆਂ ਵੀ ਕੰਪਨੀਆਂ ਹੈਗੀਆਂ, ਠੀਕ ਹੈ ਜੀ, ਉਹ ਤੁਸੀਂ ਜਿਹਦੇ ਵੀ ਪੈਕਟ ਬੰਦ ਕੀਤਾ, ਉਹ ਬੰਦਾ ਗਲਤ ਨਹੀਂ ਕਰੂਗਾ। ਜਦੋਂ ਤੁਸੀਂ ਡਰਮਾਂ ਦੇ ਵਿੱਚ ਆਉਂਦਾ ਪਨੀਰ, ਠੀਕ ਹੈ, ਉਹਦੀ ਕੋਈ ਪੈਕਟ ਹੀ ਹੈ ਨਹੀਂ, ਫੜਿਆ ਗਿਆ, ਤੂੰ ਕੌਣ ਮੈਂ ਕੌਣ, ਮੇਰਾ ਤਾਂ ਹੈ ਹੀ ਨਹੀਂ, ਮੁੱਕਰਨਾ ਹੀ ਆ, ਠੀਕ ਹੈ। ਇਸ ਕਰਕੇ ਇੱਕ ਤਾਂ ਇਹ ਹੋਣਾ ਚਾਹੀਦਾ ਵੀ ਕਿਹਦਾ ਬਣਿਆ। ਅਸੀਂ ਹਲਵਾਈ ਭਾਈਚਾਰੇ ਨੂੰ ਵੀ ਬੇਨਤੀ ਕਰਾਂਗੇ, ਅਸੀਂ ਇੱਕ ਮਾਰਚ ਲੈ ਕੇ ਨਿਕਲਣਾ, ਸ਼ਹਿਰਾਂ 'ਚ ਜਾਣਾ। ਜਿਹੜੇ ਵੀ ਹਲਵਾਈ ਭਾਈਚਾਰੇ ਨੂੰ ਕਹਿਣਾ ਵੀ ਘੱਟੋ ਘੱਟ ਇੱਕ ਬੋਰਡ ਲਾਓ ਵੀ ਤੁਸੀਂ ਜਿਹੜਾ ਦੁੱਧ, ਜਿਹੜਾ ਪਨੀਰ ਖੋਆ ਬਣਾਇਆ, ਦੁੱਧ ਕਿੰਨਾ ਲਿਆ ਤੇ ਕਿੰਨੇ ਫਾਰਮਰਾਂ ਕੋਲੋਂ ਲਿਆ। ਫਾਰਮਰਾਂ ਦੇ ਨੰਬਰ ਤੇ ਫਾਰਮ ਲਿਖੋ ਵੀ ਅਸੀਂ 5 ਫਾਰਮਰਾਂ ਕੋਲੋਂ ਇੰਨਾ ਦੁੱਧ ਲਿਆ, ਠੀਕ ਹੈ, ਤਾਂ ਕਿ ਫੜ ਹੋਵੇ। ਮਤਲਬ ਇਹ ਹੁਣ ਸਾਰੇ ਲੋਕਾਂ ਨੂੰ, ਪਬਲਿਕ ਨੂੰ ਨਾਲ ਲੈ ਕੇ ਅਸੀਂ ਇਹ ਮੁਹਿੰਮ ਛੇੜਾਂਗੇ। ਅੱਗੇ ਤਾਂ ਸਰਕਾਰ ਦੇ ਨਾਲ ਹੋਈ ਸੀ, ਸਰਕਾਰ ਕੋਲ ਵੀ ਜਾਵਾਂਗੇ ਜੇ ਸਹੀ ਤਰੀਕੇ ਨਾਲ ਕਰੂਗੀ, ਨਹੀਂ ਅਸੀਂ ਪਬਲਿਕ ਨੂੰ ਨਾਲ ਲਵਾਂਗੇ। ਅਸੀਂ ਬਿਲਕੁਲ ਨਕਲੀ ਦੁੱਧ, ਘਿਓ, ਪਨੀਰ ਬੰਦ ਕਰਾਉਣਾ। ਦੁੱਧ ਮਾਰਕੀਟ ਵਿੱਚ ਹੈ ਨਹੀਂ, ਕਿਸਾਨ ਨੂੰ ਉਹਦਾ ਰੇਟ ਨਹੀਂ ਮਿਲ ਰਿਹਾ। ਦੁੱਧ ਜਿੰਨੇ ਜਾਨਵਰ ਮਰ ਗਏ ਆ, ਦੁੱਧ ਦਾ ਰੇਟ ਘੱਟੋ ਘੱਟ 10 ਰੁਪਏ ਕਿਲੋ ਵਧਣਾ ਚਾਹੀਦਾ। ਜਿੰਨੇ ਜਾਨਵਰ ਮਰ ਗਿਆ, ਦੁੱਧ ਨਹੀਂ ਹੁਣ ਮਿਲਣਾ ਹੈਗਾ। ਜੇ ਤੁਸੀਂ ਕਹਿੰਦੇ ਹੋ ਕਿ ਨਕਲੀ ਦੁੱਧ ਬਹੁਤ ਜ਼ਿਆਦਾ ਬਹੁਤਾਤ ਵਿੱਚ ਆ, ਅਸਲੀ ਜਿਹੜਾ ਦੁੱਧ ਹੈਗਾ ਉਹ ਮਿਲ ਨਹੀਂ ਰਿਹਾ, ਫਿਰ ਤਾਂ ਮੰਗ ਵੀ ਵਧੂਗੀ, ਰੇਟ ਤਾਂ ਫਿਰ ਹੋਰ ਵੀ ਜ਼ਿਆਦਾ ਸਮਾਨੀ ਛੂਲਣਗੇ, ਆਮ ਲੋਕ ਕਿੱਥੇ ਜਾਣਗੇ ਫਿਰ? ਜਦੋਂ ਲੋਕਾਂ ਦੇ ਦੇਖੋ, ਮੰਨ ਲਓ ਇਹਨਾਂ ਦੇ ਖੜੇ 10 ਲੱਖ ਦੇ ਜਾਨਵਰ ਮਰ ਗਏ ਤੇ ਦੁੱਧ 'ਚ ਵੀ ਪੂਰੇ ਕਰਨੇ ਪੈਸੇ, ਠੀਕ ਹੈ ਜੀ। ਹੁਣ ਜਦੋਂ ਇਹਦਾ ਡਿਮਾਂਡ ਸਪਲਾਈ ਦੀ ਗੱਲ ਆ, ਜਦੋਂ ਡਿਮਾਂਡ ਸਪਲਾਈ ਦੇ ਵਿੱਚ ਦੁੱਧ ਦੀ ਰੇਟ ਹੈ ਨਹੀਂ ਸੀ ਤੇ ਸਾਡਾ ਪਾਣੀ ਵਾਂਗੂ ਦੁੱਧ ਖਰੀਦਿਆ ਸਾਰਿਆਂ ਨੇ 4 ਸਾਲ। ਦੁੱਧ 'ਚੋਂ ਪੈਸੇ ਕਿੱਦਾਂ ਪਏ? ਪਾਣੀ ਪਾ ਕੇ ਤਾਂ ਨਹੀਂ ਪੂਰੇ ਕਰਨੇ ਜੀ? ਨਹੀਂ, ਸਾਡੇ ਫਾਰਮਰ ਆ, ਬਹੁਤ ਮਿਹਨਤੀ ਆ। ਪਾਣੀ ਵਾਲੇ ਗੱਲ ਵੱਲ ਤਾਂ ਕੋਈ ਝਾਕਦਾ ਵੀ ਨਹੀਂ ਹੈਗਾ। ਸਾਡਾ ਕੰਮ ਬੜਾ ਪਵਿੱਤਰ ਕੰਮ ਆ। ਅਸੀਂ ਡੈਰੀ ਫਾਰਮਰ ਆ, ਅਸੀਂ ਡੈਰੀਆਂ ਵਾਲੇ ਨਹੀਂ ਹੈ। ਇੱਕ ਮੇਰੀ ਗੱਲ ਸਮਝ ਲਓ ਜੀ, ਅਸੀਂ ਫਾਰਮਰ ਆ, ਅਸੀਂ ਦੁੱਧ ਉਤਪਾਦਕ ਆ, ਅਸੀਂ ਵਿਚੋਲੀਏ ਨਹੀਂ ਹੈਗੇ। ਉਹ ਤੁਸੀਂ ਵਿਚੋਲੀਆਂ ਦੀ ਗੱਲ ਕਰਦੇ, ਜਦੋਂ ਵੀ ਗੱਲ ਕਰਦੇ ਸਾਡੇ ਨਾਲ ਨਾ ਵਿਚੋਲੀਏ ਜੋੜ ਦਿੰਦੇ ਆ, ਉਹ ਹੋਰ ਨੇ। ਨਿਖੇੜਾ ਨਹੀਂ ਹੋ ਪਾ ਰਿਹਾ ਦੋਨਾਂ ਦੇ ਵਿੱਚ? ਨਿਖੇੜਾ ਕਿਉਂ ਨਹੀਂ ਹੋ ਰਿਹਾ ਜੀ? ਸਾਡੇ ਫਾਰਮਾਂ ਤੇ ਜਾ ਕੇ ਦੇਖੋ, 5-5, 7-7 ਕਰੋੜ ਰੁਪਏ ਫਾਰਮਾਂ ਤੇ ਲਾਇਆ ਹੋਇਆ। ਕਿਸੇ ਨੇ 50 ਲੱਖ ਲਾਇਆ, ਕਿਸੇ ਨੇ 20 ਲੱਖ ਲਾਇਆ, ਜਾਂ ਕਿਸੇ ਨੇ ਘਰੇ 5 ਪਸ਼ੂ ਰੱਖੇ ਆ, ਉਹ ਆਪਦਾ ਵਧੀਆ ਤਰੀਕੇ ਨਾਲ ਵਧੀਆ ਦੁੱਧ ਉਹ ਡੇਅਰੀ 'ਚ ਪਾ ਕੇ ਆਉਂਦਾ। ਫਾਰਮਰ ਕਦੇ ਇਹੋ ਜਿਹਾ ਕੁਝ ਨਹੀਂ ਕਰਦਾ, ਇਹ ਵਿਚੋਲੀਏ ਕਰਦੇ ਆ, ਠੀਕ ਹੈ ਜੀ। ਉਹਨਾਂ ਨੂੰ ਨਿਖੇੜਨਾ ਪਊਗਾ। ਤੁਸੀਂ ਜਿਹੜਾ ਦੁੱਧ, ਮੈਂ ਤਾਂ ਇਹ ਗੱਲ ਕਹਿੰਦੇ ਵੀ ਜੇ ਡਿਮਾਂਡ ਸਪਲਾਈ ਦੀ ਗੱਲ ਆ, ਜਦੋਂ ਡਿਮਾਂਡ ਹੈ ਨਹੀਂ ਸੀ ਤੇ ਸਪਲਾਈ ਵੱਧ ਸੀ, ਰੇਟ ਨਹੀਂ ਮਿਲਿਆ, ਤੇ ਹੁਣ ਪਸ਼ੂ ਮਰ ਗਏ ਜੀ, ਦੁੱਧ 20% ਘਟ ਗਿਆ, 2% ਚੀਜ਼ ਘਟ ਜੇ ਨਾ, ਰੇਟ ਅਸਮਾਨੀ। ਸੋਇਆਬੀਨ ਜਿਹੜੀ ਅਸੀਂ ਆਪਣੇ ਪਸ਼ੂਆਂ ਨੂੰ ਪਾਉਂਦੇ ਆ, ਡਿਮਾਂਡ ਸਪਲਾਈ ਦੀ ਗੱਲ ਸੀ, 3200 ਰੁਪਏ ਵਾਲੀ ਸੋਇਆਬੀਨ 10,000 ਨੂੰ ਕੁਇੰਟਲ ਚਲੀ ਗਈ। ਕਿਸੇ ਨੇ ਨਹੀਂ ਪੁੱਛਿਆ ਵੀ ਤੁਸੀਂ ਤੁਹਾਨੂੰ ਇੰਨੀ ਮਹਿੰਗੀ ਕਿੱਥੋਂ ਪਾਈ ਆ। ਹੁਣ ਜਦੋਂ ਪਸ਼ੂ ਮਰ ਗਏ ਆ, ਦੁੱਧ ਆਉਣਾ ਕਿੱਥੋਂ ਹੈ ਜੀ? ਦੁੱਧ ਆਊਗਾ ਕਿੱਥੋਂ? ਇਕੱਲੇ ਪੰਜਾਬ 'ਚ ਨਹੀਂ ਮਰੇ, ਗੁਜਰਾਤ, ਰਾਜਸਥਾਨ ਵੀ 20 ਤੋਂ 30% ਦੁੱਧ ਸਾਰੇ ਘਟ ਗਿਆ ਜੀ।
ਇਸ ਕਰਕੇ ਹੁਣ 10 ਰੁਪਏ ਲੀਟਰ ਦੀ ਤਾਂ ਤਸੱਲੀ ਰੱਖੋ। ਰੇਟ ਜਿੱਦਣ ਅਡਲਟ੍ਰੇਸ਼ਨ ਤੇ ਕਾਬੂ ਕਰ ਲਿਆ ਨਾ, ਇਹ 10 ਰੁਪਏ ਤਾਂ ਵਧਣਾ ਹੀ ਵਧਣਾ। ਦੁੱਧ ਮਿਲਣਾ ਕਿੱਥੋਂ ਪਿਓਰ? ਹੁਣ ਦੁੱਧ ਪਿਓਰ ਲੈਣ ਲਈ ਫਿਰ ਪੈਸੇ ਦੇਣੇ ਪੈਣੇ ਖਪਤਕਾਰਾਂ ਨੂੰ, ਔਰ ਅਸੀਂ ਵੀ ਲੈਣੇ ਆ ਪੈਸੇ, ਕਿਉਂਕਿ ਅਸੀਂ ਬਹੁਤ ਸੰਤਾਪ ਝੱਲਿਆ 4 ਸਾਲ। ਸਾਡਾ ਹੱਕ ਆ, ਅਸੀਂ ਲੈਣੇ ਆ। ਸਾਡੇ ਇੰਨਾ ਏਡਾ ਵੱਡਾ ਨੁਕਸਾਨ ਹੋ ਗਿਆ, ਉਹ ਵੀ ਅਸੀਂ ਇਹਨਾਂ 'ਚ ਪੂਰਾ ਕਰਨਾ। ਕਿੰਨੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਪੰਜਾਬ 'ਚ ਡੇਅਰੀ ਕਿਸਾਨਾਂ ਦੀਆਂ? ਨਹੀਂ, ਦੁੱਧ ਉਤਪਾਦਕਾਂ ਦੀ ਨਰੋਲ ਸਾਡੀ ਜਥੇਬੰਦੀ ਆ, ਪਰ ਜਿਹੜੇ ਕਿਸਾਨ ਜਥੇਬੰਦੀਆਂ ਉਹ ਵੀ ਸਾਡੀਆਂ ਹੀ ਆ ਜੀ। ਉਹ ਵੀ ਤਾਂ ਅਸੀਂ ਵੀ ਕਿਸਾਨ, ਅਸੀਂ ਖੇਤੀ ਕਰਦੇ ਆ, ਉਹ ਵੀ ਸਾਡੇ ਨਾਲ ਨੇ ਸਾਰੀਆਂ। ਅਸੀਂ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਹਾਂਗੇ। ਹੁਣ ਇੱਕ ਹੋ ਗਏ ਅਡਲਟ੍ਰੇਸ਼ਨ ਤੇ, ਅਸੀਂ ਤਾਂ ਅਡਲਟ੍ਰੇਸ਼ਨ ਦੇ ਇਹਨਾਂ ਬੰਦਿਆਂ ਨੂੰ, ਚੋਰਾਂ ਨੂੰ ਫੜ ਕੇ ਬੰਨਣਾ ਪਊਗਾ। ਇਹ ਅਸੀਂ ਦੇਖਿਆ ਪਿਛਲੀ ਵੇਰ, ਅਸੀਂ ਜਿੰਨੇ ਬੰਦੇ ਫੜਾਏ ਆ ਜੀ, ਉਹ 20,000 ਰੁਪਏ ਜੁਰਮਾਨਾ ਦੇ ਕੇ ਛੁੱਟ ਗਏ। ਠੀਕ ਹੈ ਜੀ। ਅਸੀਂ ਅਦਾਲਤਾਂ 'ਚ ਜਾਂਦੇ ਆ, ਜਿਹੜੇ ਬੰਦਿਆਂ ਨੇ ਫੜਾਏ ਆ, ਅਸੀਂ ਮੁਜਰਮ ਆ ਕਿਉਂਕਿ ਅਸੀਂ ਫੜਾਏ ਆ। ਅਸੀਂ ਖੜੇ ਰਹਿੰਦੇ ਸਵੇਰ ਤੋਂ ਲੈ ਕੇ ਅਦਾਲਤ ਤੱਕ, ਸ਼ਾਮ ਤੱਕ ਸਾਨੂੰ ਤਰੀਕ ਪੈਣ ਤੱਕ ਬਿਠਾ ਕੇ ਫਿਰ 3 ਮਹੀਨੇ ਤਰੀਕ ਪਾ ਦਿੰਦੇ ਆ। ਇਹ ਤਾਂ ਸਾਡੇ ਹਾਲਾਤ ਆ ਜਿਨ੍ਹਾਂ ਨੇ ਫੜਾਏ ਆ। ਜਿਹੜਾ ਫੜਿਆ ਗਿਆ ਉਹਨੇ 20,000 ਦਿੱਤਾ, ਉਹਨੇ ਸਰਕਾਰੀ ਵਕੀਲ ਵੀ ਉਹਦੇ ਲਈ ਖੜਾ ਵਾ, ਕਿਉਂਕਿ ਉਹਨੇ ਆਪਦਾ ਵਕੀਲ ਕੀਤਾ। ਉਹ ਪਤਾ ਨਹੀਂ ਕੀ ਸੈਟਿੰਗਾਂ ਕਰ ਲੈਂਦੇ ਆ। ਠੀਕ ਹੈ ਜੀ। ਉਹ ਬਿਲਕੁਲ ਆਰਾਮ ਨਾਲ 20,000 ਰੁਪਇਆ ਦੇ ਕੇ ਫਿਰ ਦੁਬਾਰੇ ਉਹੀ ਧੰਦਾ ਕਰਨ ਲੱਗ ਜਾਂਦੇ ਆ। ਜਿਹੜੀ ਚੀਜ਼ਾਂ ਤੁਸੀਂ ਖਤਮ ਕਰਨ ਲਈ ਕਹਿ ਰਹੇ ਹੋ ਹੁਣ, ਕਿਉਂਕਿ ਬਦਲਾਵ ਦੀ ਸਰਕਾਰ ਜਿਹੜੀ ਪੰਜਾਬ 'ਚ ਦੇਖੀ ਜਾਂਦੀ ਆ, ਲੋਕਾਂ ਨੇ ਬਦਲਾਅ ਦੇ ਨਾਂ ਤੇ ਬਹੁਤ ਵੋਟ ਪਾਈ ਆ, ਤਾਂ ਲੱਗਦਾ ਵੀ ਸਰਕਾਰ ਤੁਹਾਡਾ ਇਸ ਪਾਸੇ ਨੂੰ ਸਾਥ ਦੇ ਰਹੀ ਹੈ? ਸਰਕਾਰ ਵੀ ਕਦਮ ਉਠਾ ਰਹੀ ਹੈ ਇਸ ਪਾਸੇ ਕਿ ਨਹੀਂ? ਨਹੀਂ, ਜਾਵਾਂਗੇ ਸਰਕਾਰ ਕੋਲ। ਅਸੀਂ ਉਮੀਦ ਕਰਦੇ ਹਾਂ, ਲੋਕਾਂ ਨੇ ਇੰਨੀ ਮਤਲਬ ਲਿਆਂਦੀ ਆ ਸਰਕਾਰ, ਚਾਵਾਂ ਨਾਲ ਲੈ ਕੇ ਆਂਦੀ ਆ, ਤੇ ਸਾਨੂੰ ਉਮੀਦ ਆ ਵੀ ਸਰਕਾਰ ਸਾਡੀ ਇਹ ਗੱਲ ਤੇ ਸਾਥ ਦਊਗੀ। ਤੇ ਅਸੀਂ ਨਹੀਂ ਦਊਗੀ ਤਾਂ ਅਸੀਂ ਤਾਂ ਲੱਗਣਾ ਸੀ। ਸਾਰੇ ਆਰਗੇਨਾਈਜੇਸ਼ਨਾਂ ਨਾਲ ਗੱਲ ਕਰ ਰਹੇ ਹਾਂ ਵੀ ਅਸੀਂ ਇਹ ਹੰਭਲਾ ਜਿਹੜਾ ਅਡਲਟ੍ਰੇਸ਼ਨ ਦਾ ਨਾ, ਇਹ ਭੂਤ ਆ, ਇਹ ਤਾਰਨਾ ਜੀ। ਇਹ ਤਾਂ ਤੁਹਾਡੀ ਗੱਲਬਾਤ ਸਰਕਾਰ ਨਾਲ ਕਿੱਥੇ ਕਿ ਚੱਲ ਰਹੀ ਆ? ਸਰਕਾਰ ਨਾਲ ਸਾਡੀ ਕਾਹਦੀ ਗੱਲਬਾਤ ਜੀ? ਅਸੀਂ ਤਾਂ ਪਰਸੋਂ ਨੂੰ ਆ ਰਹੇ ਹਾਂ, 24 ਤਰੀਕ ਨੂੰ। ਸਰਕਾਰ ਨੇ ਦੇਖਣਾ ਵੀ ਸਾਨੂੰ ਸਾਡਾ 24 ਤੋਂ ਪਹਿਲਾਂ ਫੈਸਲਾ ਕਰਦੀ ਆ। ਸਾਨੂੰ ਨਹੀਂ ਲੱਗਦਾ, ਸਾਨੂੰ ਤਾਂ ਆ ਕੇ ਆਪਣੇ ਹੱਕ ਲੈਣੇ ਪੈਣੇ ਆ। ਅਸੀਂ ਪੂਰੀ ਤਿਆਰੀ ਨਾਲ ਆ ਰਹੇ ਹਾਂ, ਟਰੈਕਟਰ ਟਰਾਲੀਆਂ ਤੇ ਆ ਰਹੇ ਹਾਂ, ਪੂਰੇ ਹੱਕ ਲੈ ਕੇ ਜਾਵਾਂਗੇ। ਔਰ ਆਪਣਾ ਉਹਨਾਂ ਚਿਰ ਧਰਨਾ ਸਾਡਾ ਬਰਕਰਾਰ ਰਹੂਗਾ ਜਿੰਨਾ ਚਿਰ ਸਾਨੂੰ ਇਹ ਸਾਡੇ ਖਾਤਿਆਂ 'ਚ ਪੇਮੈਂਟ ਨਹੀਂ ਆਉਂਦੀ। ਸੋ ਬਿਲਕੁਲ, ਜਿੱਥੇ ਬਹੁਤ ਸਾਰੇ ਧਰਨੇ ਪੰਜਾਬ ਦੀਆਂ ਸੜਕਾਂ ਤੇ ਹੋਰ ਚੱਲ ਰਹੇ ਆ, ਜਿੱਥੇ ਅਧਿਆਪਕ ਧਰਨੇ ਦੇ ਰਹੇ ਆ, ਬਹੁਤ ਸਾਰੇ ਵਿਭਾਗਾਂ ਦੇ ਜਿਹੜੇ ਲੋਕ ਹੈਗੇ ਆ ਧਰਨੇ ਦੇ ਰਹੇ, ਕੱਚੇ ਮੁਲਾਜ਼ਮ ਧਰਨੇ ਦੇ ਰਹੇ ਆ, PRTC ਦੇ ਮੁਲਾਜ਼ਮ ਧਰਨੇ ਦੇ ਰਹੇ ਆ, ਤਾਂ ਉਹਨਾਂ ਦੀ ਲਿਸਟ ਦੇ ਵਿੱਚ ਇੱਕ ਹੋਰ ਨਾਂ ਆ ਗਿਆ ਹੁਣ ਡੇਅਰੀ ਕਿਸਾਨਾਂ ਦਾ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ। ਸਰਕਾਰ ਨੇ ਕਿਹਾ ਸੀ ਕਿ ਮਿਲਕ ਫੈਟ 20 ਰੁਪਏ ਪ੍ਰਤੀ ਕਿਲੋ ਫੈਟ ਦੇ ਪਿੱਛੇ ਦੇਗਾ, ਤੇ ਉਸ ਦੇ ਨਾਲ 35 ਰੁਪਏ ਸਰਕਾਰ ਦੇਗੀ। ਵਿਧਾਨ ਸਭਾ ਦੇ ਵਿੱਚ ਵੀ ਗੱਲਾਂ ਹੁੰਦੀਆਂ, ਮਤੇ ਵੀ ਪੈਂਦੇ ਆ, ਤੇ ਜਿਹੜੇ ਰਿਕਾਰਡਡ ਬਿਆਨ ਵੀ ਸਰਕਾਰ ਦੇ ਆਉਂਦੇ, ਪਰ ਫਿਰ ਵੀ ਉਸ ਤੋਂ ਬਾਅਦ ਜਿਹੜੇ ਹੈਗੇ ਆ ਇਹਨਾਂ ਨੂੰ ਉਹ ਰਕਮ ਜਿਹੜੀ ਸਰਕਾਰ ਵੱਲੋਂ ਅਨਾਉਂਸ ਕੀਤੀ ਜਾਂਦੀ ਆ ਉਹ ਮਿਲਦੀ ਨਹੀਂ। ਪਰ ਹੁਣ ਫਿਰ ਸੜਕਾਂ ਦੇ ਉੱਤੇ ਆ। ਹੁਣ ਵੱਡਾ ਇਕੱਠ ਜਿਹੜਾ ਹੈਗਾ ਰੱਖਿਆ ਗਿਆ 24 ਤਰੀਕ ਨੂੰ ਲੁਧਿਆਣਾ ਦੇ ਵਿੱਚ। ਤਾਂ ਦੇਖਣਾ ਹੋਵੇਗਾ ਕਿ ਸਰਕਾਰ ਕਿੰਨੀ ਜਲਦੀ ਇਹਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ। ਤਾਂ ਜਿਹੜੇ ਵੱਡੇ ਧਰਨੇ ਲੱਗੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਇਹਨਾਂ ਦਾ ਵੀ ਹੁਣ ਧਰਨਾ ਜਿਹੜਾ ਨਾ ਸ਼ਮੂਲੀਅਤ ਹੋ ਗਈ, ਤਾਂ ਕਦੋਂ ਇਹ ਧਰਨੇ ਮੁੱਕਦੇ ਆ, ਤੇ ਕਦੋਂ ਪੰਜਾਬ ਜਿਹੜਾ ਹੈਗਾ ਉਹ ਵਾਕਿਆ ਹੀ ਉਹ ਪੰਜਾਬ ਬਣਦਾ ਜਿਸ ਦੀ ਲੋਕਾਂ ਨੇ ਉਮੀਦ ਕੀਤੀ ਸੀ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੋਪੜ।